सत श्री अकाल दोस्तों, मैं हाँ स्वर्ण सिंह टैणा ਤੇ हर रोज़ की तरह ही प्रोग्राम खबर ਦੀ खबर लेके हाजिर हाँ। ਤੁਸੀਂ देख रहे हो प्राइम एशिया टीवी ਤੇ बहुत ਸਾਰੀਆਂ देश दुनिया ਦੇ ਨਾਲ ਸੰਬੰਧਿਤ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਪੰਛੀ ਝਾਤ ਪਾਵਾਂਗੇ। ਪਰ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਜਦੋਂ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਸਟੂਡੀਓ ਦੇ ਵਿੱਚ ਰਿਕਾਰਡ ਕਰ ਰਹੇ ਹਾਂ, ਜਲੰਧਰ ਦੇ ਵਿੱਚ ਬਾਹਰ ਮੋਹਲੇਧਾਰ ਮੀਂਹ ਵਰ ਰਿਹਾ। ਪਿਛਲੇ ਅੱਧੇ ਪੌਣੇ ਘੰਟੇ ਤੋਂ ਜਲੰਧਰ ਦੇ ਵਿੱਚ ਮੀਂਹ ਪੈ ਰਿਹਾ ਤੇ ਆਲੇ ਦੁਆਲੇ ਦੇ ਕਈ ਖੇਤਰਾਂ ਦੇ ਵਿੱਚ ਹੋਰ ਵੀ ਮੀਂਹ ਪੈਣ ਦੀ ਖਬਰ ਪ੍ਰਾਪਤ ਹੋਈ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪਿਆ। ਅੱਜ ਕਿਸੇ ਜ਼ਿਲ੍ਹੇ ਦੇ ਵਿੱਚ, ਕੱਲ ਕਿਸੇ ਜ਼ਿਲ੍ਹੇ ਦੇ ਵਿੱਚ ਪਿਆ। ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਆ ਕਿ ਆਉਂਦੇ 3-4 ਦਿਨ ਪੰਜਾਬ ਦੇ ਵਿੱਚ ਰੁਕ ਰੁਕ ਕੇ ਕਈ ਥਾਵਾਂ ਦੇ ਉੱਤੇ ਮੀਂਹ ਪੈਣਾ, ਯਾਨੀ ਕਿ ਤਪਸ਼ ਆ ਜਿਹੜੀ ਉਹ ਕੁਝ ਹੱਦ ਤੱਕ ਘਟੀ ਰਹਿਣੀ ਆ। ਅੱਜ ਜਲੰਧਰ ਦੇ ਵਿੱਚ ਦਿਨ ਦੇ ਵੇਲੇ ਲੋਹੜਿਆਂ ਦੀ ਗਰਮੀ ਸੀ, ਇੰਨੀ ਕੁ ਗਰਮੀ ਸੀ ਜਿਹੜੀ ਵੱਸੋਂ ਬਾਹਰ ਸੀ, ਜਿਹੜੀ ਕਿ ਬਰਦਾਸ਼ਤ ਕਰਨੀ ਔਖੀ ਸੀ। ਪਰ ਜਦੋਂ ਆਥਣ ਦੇ ਵੇਲੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਬੱਦਲਵਾਈ ਸ਼ੁਰੂ ਹੋਈ ਤੇ ਉਸ ਤੋਂ ਬਾਅਦ ਥੋੜੀ ਜਿਹੀ ਰਾਹਤ ਮਿਲੀ ਹੈ। ਸੋ ਜੋ ਅੰਦਾਜ਼ੇ ਪੇਸ਼ ਕੀਤੇ ਗਏ ਨੇ ਕਿ 3-4 ਦਿਨ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਨਾਲੋਂ ਘੱਟ ਤਪਸ਼ ਵਾਲਾ ਰਹਿਣਾ, ਇਹ ਇੱਕ ਚੰਗੀ ਤੇ ਖੁਸ਼ੀ ਵਾਲੀ ਤੇ ਤਸੱਲੀ ਵਾਲੀ ਖਬਰ ਹੈ। ਬਾਕੀ ਜੇਕਰ ਅਗਲੀਆਂ ਖਬਰਾਂ ਵੱਲ ਜਾਂਦੇ ਆ ਤਾਂ ਯੂਪੀ ਦੇ ਕਾਨਪੁਰ ਖੇਤਰ ਦਾ ਬਹੁਤ ਵੱਡਾ ਬਦਮਾਸ਼ ਗੈਂਗਸਟਰ ਜਿਹੜਾ ਵਿਕਾਸ ਦੁਬੇ, ਉਹਨੂੰ ਜਿਸ ਤਰੀਕੇ ਦੇ ਨਾਲ ਅੱਜ ਕਾਨਪੁਰ ਤੋਂ 17 ਕਿਲੋਮੀਟਰ ਦੂਰ ਪੁਲਿਸ ਦੇ ਵੱਲੋਂ ਇਨਕਾਊਂਟਰ ਕਰਕੇ ਮਾਰ ਦਿੱਤਾ ਗਿਆ, ਇਹਦੇ ਮੁਤਲਕ ਬਹੁਤ ਸਾਰੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ। ਹੁਣ ਇੱਕ ਹਿੱਸੇ ਦੇ ਵੱਲੋਂ ਬੜੇ ਨਿੱਠ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਕਾਸ ਦੁਬੇ ਦਾ ਇਨਕਾਊਂਟਰ ਜਿਹੜਾ ਉਹ ਜਾਣਬੁੱਝ ਕੇ ਕੀਤਾ ਗਿਆ। ਹਾਲਾਂਕਿ ਮਾੜੇ ਕੰਮ ਦਾ ਨਤੀਜਾ ਮਾੜਾ ਨਿਕਲਦਾ। ਉਸ ਬੰਦੇ ਦੇ ਉੱਤੇ, ਉਸ ਗੈਂਗਸਟਰ ਦੇ ਉੱਤੇ 60 ਪਰਚੇ ਦਰਜ ਸੀ, ਪਰ ਫਿਰ ਵੀ ਉਹ ਬੜੀ ਦਲੇਰੀ ਦੇ ਨਾਲ, ਉਹ ਬੜੀ ਨਿਡਰਤਾ ਦੇ ਨਾਲ ਵਿਚਰਦਾ ਸੀ। ਤੇ ਵਿਚਰਨ ਦਾ ਕਾਰਨ ਇਹ ਸੀ ਕਿ ਪੁਲਿਸ ਤੇ ਰਾਜਨੀਤਿਕ ਲੋਕ ਉਹਦੇ ਨਾਲ ਸੀ, ਉਹਨੂੰ ਸਿਆਸੀ ਸ਼ਹਿ ਪ੍ਰਾਪਤ ਸੀ, ਜਿਹਦੇ ਕਰਕੇ ਉਹ ਸਭ ਨੂੰ ਟਿੱਚ ਜਾਣਦਾ ਸੀ। 2 ਜੁਲਾਈ ਦੀ ਰਾਤ ਨੂੰ ਆਪਾਂ ਜਾਣਦੇ ਹਾਂ ਕਿ ਪੁਲਿਸ ਦੇ ਵੱਲੋਂ 4 ਥਾਣਿਆਂ ਦੀ ਪੁਲਿਸ ਦੇ ਵੱਲੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਦੇ ਗਰੁੱਪ ਦੇ ਵੱਲੋਂ, ਗੈਂਗਸਟਰਾਂ ਦੇ ਗਰੁੱਪ ਦੇ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ। 8 ਪੁਲਿਸ ਕਰਮਚਾਰੀ ਮਾਰ ਦਿੱਤੇ ਗਏ। ਉਸ ਤੋਂ ਬਾਅਦ ਉਹਨੂੰ ਫੜਨ ਦਾ ਸਿਲਸਿਲਾ ਸ਼ੁਰੂ ਹੋਇਆ। ਫਿਰ ਪਤਾ ਲੱਗਾ ਜੀ ਕਿ ਉਹ 1200 ਤੇ 65 ਕਿਲੋਮੀਟਰ ਸਫ਼ਰ ਤੈਅ ਕਰ ਗਿਆ। ਪਰ ਕਮਾਲ ਦੀ ਗੱਲ ਇਹ ਸੀ ਕਿ 4 ਸੂਬਿਆਂ ਦੀ ਪੁਲਿਸ ਹਾਈ ਅਲਰਟ ਦੇ ਉੱਤੇ ਹੋਵੇ, ਚੱਪੇ ਨੂੰ ਛਾਣਿਆ ਜਾ ਰਿਹਾ ਹੋਵੇ, ਥੋੜੀ ਦੂਰੀ ਦੇ ਉੱਤੇ ਨਾਕੇ ਲੱਗੇ ਹੋਣ, ਪਰ ਉਹ ਬੰਦਾ ਕਦੇ ਆਟੋ ਦੇ ਉੱਤੇ, ਕਦੇ ਬੱਸ ਦੇ ਉੱਤੇ, ਕਦੇ ਟਰੱਕ ਦੇ ਉੱਤੇ, ਕਦੇ ਕਾਰ ਦੇ ਵਿੱਚ, ਕਦੇ ਕਿਵੇਂ ਤੇ ਕਦੇ ਕਿਵੇਂ, ਕਦੇ ਮੋਟਰਸਾਈਕਲ ਦੇ ਉੱਤੇ ਸਫ਼ਰ ਕਰਦਾ ਗਿਆ। ਤੇ ਉਹ 1200 ਤੇ 63-64 ਕਿਲੋਮੀਟਰ ਦੂਰ ਦਾ ਸਫ਼ਰ ਤੈਅ ਕਰਕੇ ਉਜੈਨ ਦੇ ਮਹਾਕਾਲ ਮੰਦਿਰ ਦੇ ਵਿੱਚ ਪਹੁੰਚ ਗਿਆ। ਉੱਥੇ ਉਹਨੇ ਸਰੈਂਡਰ ਕੀਤਾ ਜਾਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ। ਉਹਨੂੰ ਇਦਾਂ ਲੱਗਦਾ ਸੀ ਕਿ ਕਾਨਪੁਰ ਦੀ ਪੁਲਿਸ ਨੇ ਮੇਰਾ ਇਨਕਾਊਂਟਰ ਕਰ ਦੇਣਾ, ਇਸ ਕਰਕੇ ਉਹ ਮੱਧ ਪ੍ਰਦੇਸ਼ ਦੇ ਵਿੱਚ ਚਲਾ ਗਿਆ। ਪਰ ਅੱਜ ਸਵੇਰ ਦੇ ਵੇਲੇ ਜਦੋਂ ਇਹ ਖਬਰ ਆਈ ਕਿ ਉਹਦਾ ਇਨਕਾਊਂਟਰ ਕਰ ਦਿੱਤਾ ਗਿਆ, ਉਸ ਤੋਂ ਕੁਝ ਘੰਟੇ ਪਹਿਲਾਂ ਖਬਰ ਇਹ ਆਈ ਸੀ ਕਿ ਉਹਨੂੰ ਉਜੈਨ ਤੋਂ ਕਾਨਪੁਰ ਦੇ ਵਿੱਚ ਚਾਰਟਰਡ ਪਲੇਨ ਦੇ ਰਾਹੀਂ ਲਿਆਂਦਾ ਜਾਣਾ। ਪਰ ਅਚਾਨਕ ਸਾਰੀ ਰਾਏ ਬਦਲਦੀ ਹੈ, ਉਹਨੂੰ ਸੜਕੀ ਰਸਤੇ ਦੇ ਰਾਹੀਂ ਵਾਪਸ ਲਿਆਂਦਾ ਜਾਂਦਾ ਤੇ ਫਿਰ ਰਾਹ ਦੇ ਵਿੱਚ ਉਹਦਾ ਇਨਕਾਊਂਟਰ ਹੋ ਜਾਂਦਾ। ਇਨਕਾਊਂਟਰ ਵੀ ਇੰਨੀ ਫਿਲਮੀ ਕਹਾਣੀ ਦੇ ਰੂਪ ਦੇ ਵਿੱਚ ਹੁੰਦਾ ਵੀ ਇੱਕ ਨਵੀਂ ਫਿਲਮ ਵੀ ਵਿਕਾਸ ਦੁਬੇ ਦੇ ਉੱਤੇ ਬਣਨ ਲੱਗੀ ਹੈ। ਅੱਜ ਹੀ ਇੱਕ ਫਿਲਮ ਨਿਰਮਾਤਾ ਨੇ ਗੱਲ ਕਹੀ ਹੈ ਕਿ ਵਿਕਾਸ ਦੁਬੇ ਨਾਂ ਦੇ ਗੈਂਗਸਟਰ ਦੇ ਉੱਤੇ ਮੈਂ ਫਿਲਮ ਬਣਾਵਾਂਗਾ ਤੇ ਮਨੋਜ ਵਾਜਪਾਈ ਉਹਦੇ ਵਿੱਚ ਗੈਂਗਸਟਰ ਦੀ ਭੂਮਿਕਾ ਅਦਾ ਕਰ ਸਕਦਾ। ਮਤਲਬ ਇਹ ਹੈ ਵੀ ਕਾਰੋਬਾਰ ਇਸ ਤਰੀਕੇ ਦੇ ਨਾਲ ਵੀ ਸ਼ੁਰੂ ਹੋ ਚੁੱਕਿਆ। ਪਰ ਵਿਕਾਸ ਦੁਬੇ ਕੌਣ ਸੀ? ਵਿਕਾਸ ਦੁਬੇ ਨੂੰ ਕਿਹੜੇ ਲੋਕਾਂ ਦਾ ਥਾਪੜਾ ਪ੍ਰਾਪਤ ਸੀ? ਕਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਉਹਦੀ ਬਹਿਣੀ ਉੱਠਣੀ ਸੀ? ਇਹ ਬੰਦਾ ਬਸਪਾ ਦੇ ਵਿੱਚ ਵੀ ਰਿਹਾ, ਇਹ ਬੰਦਾ ਭਾਜਪਾ ਦੇ ਵਿੱਚ ਵੀ ਰਿਹਾ। ਥਾਣੇ ਦੇ ਵਿੱਚ ਇਹਨੇ ਇੱਕ ਨੇਤਾ ਦਾ ਕਤਲ ਕੀਤਾ ਸੀ। ਬੰਦੇ ਦਾ ਕਤਲ ਕਰਨਾ ਇਹ ਖੇਡ ਸਮਝਦਾ ਸੀ ਤੇ ਕਿਸੇ ਦੀ ਧੌਣ ਨੂੰ ਲਾ ਦੇਣਾ ਇਹ ਗਾਜਰ ਮੂਲੀ ਵਾਂਗੂ ਸਮਝਦਾ ਸੀ। ਤੇ 60 ਪਰਚੇ ਹੋਣ ਦੇ ਬਾਵਜੂਦ ਇਹਨੂੰ ਪੁਲਿਸ ਨੇ ਫੜਿਆ ਕਿਉਂ ਨਹੀਂ ਸੀ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਅੱਜ ਅਖਿਲੇਸ਼ ਯਾਦਵ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਉਸ ਟਵੀਟ ਦੇ ਉੱਤੇ ਬੜੀ ਚਰਚਾ ਹੁੰਦੀ ਰਹੀ ਹੈ ਪੂਰਾ ਦਿਨ। ਉਹਨੇ ਟਵੀਟ ਕਰਕੇ ਇਹ ਗੱਲ ਕਹੀ ਹੈ ਜੀ ਕਿ ਵਿਕਾਸ ਦੁਬੇ ਦੀ ਗੱਡੀ ਨਹੀਂ ਪਲਟੀ, ਸਗੋਂ ਇਹ ਗੱਡੀ ਪਲਟਾ ਇਸ ਕਰਕੇ ਦਿੱਤੀ ਗਈ ਹੈ ਤਾਂ ਜੋ ਯੂਪੀ ਦੀ ਸਰਕਾਰ ਦੀ ਪਲਟੀ ਨਾ ਵੱਜ ਜੇ। ਤੇ ਸਾਰੇ ਲੋਕ ਜਾਣਦੇ ਆ ਕਿ ਇਹ ਜਿਹੜੇ ਇਨਕਾਊਂਟਰ ਨੇ ਇਹ ਕਿਸ ਤਰੀਕੇ ਨਾਲ ਹੁੰਦੇ ਆ। ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤਿਕ ਲੋਕ ਆ ਜਿਹੜੇ ਉਹ ਗੈਂਗਸਟਰਾਂ ਨੂੰ ਪੈਦਾ ਕਰਦੇ ਆ। ਜਦੋਂ ਉਹਨਾਂ ਦੇ ਹੱਥ ਦੇ ਵਿੱਚੋਂ ਵੇਲਾ ਨਿਕਲ ਜਾਂਦਾ ਤੇ ਫਿਰ ਜਦੋਂ ਉਹ ਅੱਖਾਂ ਦਿਖਾਉਂਦੇ ਗੈਂਗਸਟਰ ਅੱਗੋਂ ਤੇ ਬਾਅਦ ਦੇ ਵਿੱਚ ਉਹਨਾਂ ਦਾ ਕਤਲ ਵੀ ਹੁੰਦਾ। ਮਾੜੇ ਕੰਮ ਦਾ ਹਮੇਸ਼ਾ ਮਾੜਾ ਨਤੀਜਾ ਹੁੰਦਾ। ਮਾੜਾ ਕੰਮ ਨਹੀਂ ਕਰਨਾ ਚਾਹੀਦਾ। ਮਨੁੱਖਤਾ ਦੇ ਪੱਖ ਦੀ ਗੱਲ ਸੋਚਣੀ ਚਾਹੀਦੀ ਹੈ। ਕਿਸੇ ਦਾ ਕਤਲ ਕਰਨ ਦਾ ਸਾਨੂੰ ਕੋਈ ਹੱਕ ਨਹੀਂ, ਪਰ ਗੈਂਗਸਟਰਾਂ ਦਾ ਆਪਣਾ ਸੰਸਾਰ ਆ ਤੇ ਗੈਂਗਸਟਰਾਂ ਦੇ ਆਪਣੇ ਤਰੀਕੇ ਆ ਜਿਹਦੇ ਉੱਤੇ 100 ਤਰ੍ਹਾਂ ਦੇ ਸਾਡੇ ਕਿੰਤੂ ਹੋ ਸਕਦੇ ਆ, ਪਰ ਕੌਣ ਕਿਸੇ ਦੇ ਸਮਝਾਇਆ ਸਮਝਦਾ। ਸੋ ਵਿਕਾਸ ਦੁਬੇ ਦਾ ਅੱਜ ਅੰਤ ਹੋ ਗਿਆ ਤੇ ਬਹੁਤ ਸਾਰੇ ਰਾਜ਼ ਉਹ ਆਪਣੇ ਨਾਲ ਲੈ ਗਿਆ। ਜੇਕਰ ਉਹ ਨਾ ਮਾਰਿਆ ਜਾਂਦਾ ਤਾਂ ਸ਼ਾਇਦ ਉਹ ਰਾਜ਼ ਖੁੱਲ੍ਹ ਵੀ ਜਾਣੇ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
यूपी ਦੇ ਵਿੱਚ ਮਾਰੇ ਗਏ 8 ਪੁਲਿਸ ਕਰਮਚਾਰੀਆਂ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿਕਾਸ ਦੁਬੇ ਦੇ 5 ਸਾਥੀਆਂ ਨਾਲ ਇਨਕਾਊਂਟਰ ਹੋ ਚੁੱਕਾ ਸੀ। ਵਿਕਾਸ ਦੁਬੇ ਦਾ ਵੀ ਇਨਕਾਊਂਟਰ ਤੈਅ ਸੀ, ਪਰ ਉਸ ਨੇ ਖੁਦ ਸਰੈਂਡਰ ਕਰ ਦਿੱਤਾ। ਸ਼ੁੱਕਰਵਾਰ ਸਵੇਰ ਕਾਨਪੁਰ ਤੋਂ ਮਹਿਜ਼ 17 ਕਿਲੋਮੀਟਰ ਦੂਰ ਉਸ ਦਾ ਇਨਕਾਊਂਟਰ ਹੁੰਦਾ ਹੈ। ਪਹਿਲਾਂ ਵਿਕਾਸ ਦੁਬੇ ਦੀ ਗ੍ਰਿਫਤਾਰੀ ਦੇ ਉੱਤੇ ਸਵਾਲ ਉੱਠ ਰਹੇ ਸਨ ਤੇ ਹੁਣ ਉਸ ਦਾ ਇਨਕਾਊਂਟਰ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪੂਰਾ ਦਿਨ ਚਾਰਟਰਡ ਪਲੇਨ ਦੇ ਵਿੱਚ ਲਿਜਾਣ ਦੀ ਖਬਰ ਸੀ, ਪਰ ਸੜਕੀ ਰਾਹ ਜ਼ਰੀਏ ਕਿਵੇਂ ਲਿਜਾਇਆ ਗਿਆ। ਪਹਿਲਾਂ ਚਰਚਾ ਸੀ ਕਿ ਵਿਕਾਸ ਨੂੰ ਚਾਰਟਰਡ ਪਲੇਨ ਦੇ ਰਾਹੀਂ ਉਜੈਨ ਤੋਂ ਇੰਦੌਰ ਤੱਕ ਤੇ ਫਿਰ ਉੱਥੋਂ ਯੂਪੀ ਦੇ ਵਿੱਚ ਲਿਆਂਦਾ ਜਾਵੇਗਾ, ਪਰ ਵੀਰਵਾਰ ਸ਼ਾਮ ਨੂੰ ਅਚਾਨਕ ਇਹ ਗੱਲ ਕਹੀ ਗਈ ਕਿ ਉਹਨੂੰ ਸੜਕ ਰਾਹੀਂ ਲਿਆਂਦਾ ਜਾਣਾ। ਪਹਿਲਾਂ ਕਿਹਾ ਕਿ ਯੂਪੀ STF ਦੀ ਟੀਮ ਆ ਰਹੀ ਹੈ, ਪਰ ਬਾਅਦ ਦੇ ਵਿੱਚ MP ਪੁਲਿਸ ਯਾਨੀ ਕਿ ਮੱਧ ਪ੍ਰਦੇਸ਼ ਦੀ ਪੁਲਿਸ ਵਿਕਾਸ ਨੂੰ ਝਾਂਸੀ ਤੱਕ ਲੈ ਕੇ ਗਈ। ਪੁਲਿਸ ਦੇ ਕਾਫਲੇ ਦੀਆਂ ਕਈ ਗੱਡੀਆਂ ਸਨ, ਪਰ ਦੁਰਘਟਨਾ ਸਿਰਫ ਉਸ ਗੱਡੀ ਨਾਲ ਹੋਈ ਜਿਹਦੇ ਵਿੱਚ ਵਿਕਾਸ ਦੁਬੇ ਸੀ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਦੇ ਕਾਫਲੇ ਨਾਲ ਮੀਡੀਆ ਦੀਆਂ ਗੱਡੀਆਂ ਵੀ ਸਨ, ਪਰ ਉਹਨਾਂ ਨੂੰ ਰੋਕ ਦਿੱਤਾ ਗਿਆ। ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਕਿ ਵਿਕਾਸ ਦੁਬੇ ਵਾਲੀ ਗੱਡੀ ਪਲਟ ਗਈ ਹੈ ਤੇ ਵਿਕਾਸ ਦਾ ਇਨਕਾਊਂਟਰ ਹੋ ਗਿਆ। ਸਵਾਲ ਇਹ ਵੀ ਹੈ ਕਿ ਦੁਬੇ ਨੂੰ ਹੱਥਕੜੀ ਨਹੀਂ ਲਾਈ ਗਈ, ਕਿਉਂਕਿ ਇਹ ਕਿਹਾ ਗਿਆ ਕਿ ਐਕਸੀਡੈਂਟ ਤੋਂ ਬਾਅਦ ਵਿਕਾਸ ਨੇ ਪਿਸਤੌਲ ਖੋਹ ਕੇ ਕਈ ਗੋਲੀਆਂ ਚਲਾਈਆਂ। ਵਿਕਾਸ ਦੁਬੇ ਖੁਦ ਸਰੈਂਡਰ ਕਰਦਾ ਹੈ ਤੇ ਫਿਰ ਕੁਝ ਸਮੇਂ ਬਾਅਦ ਖੁਦ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਸਮਝ ਤੋਂ ਪਰੇ ਦੀ ਹੈ। ਇਸੇ ਗੱਲ ਕਰਕੇ ਵੱਡੇ ਸਵਾਲ ਇਸ ਇਨਕਾਊਂਟਰ ਦੇ ਉੱਤੇ ਖੜੇ ਹੋ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਵਿਕਾਸ ਦੁਬੇ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਂ ਸਾਹਮਣੇ ਆ ਸਕਦੇ ਸਨ, ਪਰ ਹੁਣ ਇਹ ਕਹਾਣੀ ਵਿਕਾਸ ਦੁਬੇ ਦੇ ਇਨਕਾਊਂਟਰ ਦੇ ਨਾਲ ਹੀ ਖਤਮ ਹੋ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਵੀ ਗੈਂਗਸਟਰ ਕਈ ਪੈਦਾ ਹੋਏ, ਸਮੇਂ-ਸਮੇਂ ਦੇ ਉੱਤੇ ਕਈਆਂ ਦਾ ਇਨਕਾਊਂਟਰ ਹੋਇਆ ਤੇ ਯੂਪੀ ਭਾਰਤ ਦਾ ਸਭ ਤੋਂ ਵੱਡਾ ਸੂਬਾ, ਇਹਦਾ ਖੇਤਰਫਲ ਬਹੁਤ ਵੱਡਾ ਤੇ ਖੇਤਰਫਲ ਦੇ ਵਾਂਗੂ ਯੂਪੀ ਦੇ ਵਿੱਚ ਅਪਰਾਧ ਵੀ ਬਹੁਤ ਵੱਡਾ। ਜਦੋਂ ਅਪਰਾਧ ਬਹੁਤ ਵੱਡਾ ਤੇ ਫਿਰ ਪੁਲਿਸ ਕਰਮਚਾਰੀ ਵੀ ਉਹੋ ਜਿਹੇ ਤੇ ਰਾਜਨੀਤਿਕ ਲੋਕ ਵੀ ਉੱਥੇ ਉਹੋ ਜਿਹੇ ਆ। ਪਰ ਵਿਕਾਸ ਦੁਬੇ ਦੇ ਇਨਕਾਊਂਟਰ ਤੋਂ ਬਾਅਦ ਜਿਹੜੇ ਸਵਾਲ ਉੱਠੇ ਆ, ਇਹ ਸਾਰੇ ਦੇ ਸਾਰੇ ਆਪਣੀ ਥਾਂ ਦੇ ਉੱਤੇ ਵਾਜਬ ਹੈ। ਇਹਨਾਂ ਦੇ ਵਿੱਚ ਇੱਕ ਵੀ ਸਵਾਲ ਗੈਰ ਵਾਜਬ ਨਹੀਂ ਆ। ਹੈਰਾਨੀ ਇਸ ਗੱਲ ਦੀ ਹੈ ਕਿ ਚਲੋ ਜੇਕਰ ਉਹਦਾ ਪੁੱਛ ਪੜਤਾਲ ਦਾ ਸਿਲਸਿਲਾ ਚੱਲਦਾ, ਜੇਕਰ ਉਹ ਅਦਾਲਤੀ ਪ੍ਰਕਿਰਿਆ ਦੇ ਵਿੱਚ ਪਾਇਆ ਜਾਂਦਾ, ਜੇਕਰ ਉਹਨੂੰ ਸਿੱਖਾਂ ਦੇ ਪਿੱਛੇ ਭੇਜਿਆ ਜਾਂਦਾ, ਤਾਂ ਉਸ ਤੋਂ ਬਾਅਦ ਅਦਾਲਤ ਬੇਸ਼ੱਕ ਉਹਨੂੰ ਫਾਂਸੀ ਦਿੰਦੀ ਜਾਂ ਉਹਨੂੰ ਉਮਰ ਕੈਦ ਦਿੰਦੀ। ਇਹ ਬਾਅਦ ਦੀਆਂ ਗੱਲਾਂ ਸੀ। ਇਹ ਮਾਣਯੋਗ ਜੱਜ ਸਾਹਿਬਾਨ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਇਹ ਅਦਾਲਤੀ ਪ੍ਰਕਿਰਿਆ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਪੁਲਿਸ ਦੇ ਵੱਲੋਂ ਇਨਕਾਊਂਟਰ ਕਿਉਂ ਕੀਤਾ ਗਿਆ, ਸਵਾਲ ਤਾਂ ਇਹ ਹੈ। ਇਹ ਗੱਲ ਕਹੀ ਗਈ ਕਿ ਉਹਦੀ ਗੱਡੀ ਪਲਟ ਗਈ ਹੈ। ਹੁਣ ਕਮਾਲ ਦੀ ਗੱਲ ਇਹ ਹੈ ਵੀ 10 ਗੱਡੀਆਂ ਦਾ ਕਾਫਲਾ ਵਿਕਾਸ ਦੁਬੇ ਨੂੰ ਲੈ ਕੇ ਨਿਕਲਦਾ। ਕਾਨਪੁਰ ਤੋਂ 17 ਕਿਲੋਮੀਟਰ ਪਿੱਛੇ ਉਹਦੀ ਗੱਡੀ ਪਲਟਦੀ ਹੈ। 10 ਗੱਡੀਆਂ ਦੇ ਵਿੱਚੋਂ ਸਿਰਫ ਉਹ ਗੱਡੀ ਪਲਟਦੀ ਹੈ ਜਿਹੜੀ ਕਿ ਵਿਕਾਸ ਦੁਬੇ ਨਾਲ ਸੰਬੰਧਿਤ ਸੀ, ਜਿਹਦੇ ਵਿੱਚ ਵਿਕਾਸ ਬੈਠਾ ਸੀਗਾ। ਪਰ ਉਸ ਤੋਂ 5 ਕਿਲੋਮੀਟਰ ਪਿੱਛੇ ਪੁਲਿਸ ਦੀਆਂ ਗੱਡੀਆਂ ਤੋਂ ਪਿੱਛੇ ਜਿਹੜੀਆਂ ਗੱਡੀਆਂ ਆ ਰਹੀਆਂ ਸੀ ਮੀਡੀਆ ਦੀਆਂ, ਉਹਨਾਂ ਨੂੰ ਰੋਕ ਲਿਆ ਜਾਂਦਾ ਤੇ ਮੀਡੀਆ ਨੂੰ ਨੇੜੇ ਨਹੀਂ ਪਹੁੰਚਣ ਦਿੱਤਾ ਜਾਂਦਾ। ਤੇ ਜਦੋਂ ਇਹ ਗੱਡੀ ਪਲਟੀ ਸੀਗੀ ਵਿਕਾਸ ਵਾਲੀ, ਉਹਦਾ ਕੋਈ ਚਸ਼ਮਦੀਦ ਗਵਾਹ ਵੀ ਨਹੀਂ ਆ। ਯਾਨੀ ਕਿ ਇਹ ਸਾਰਾ ਕੁਝ ਬਣਿਆ ਬਣਾਇਆ ਸੀ, ਇਹ ਸਾਰਾ ਕੁਝ ਸਕ੍ਰਿਪਟਡ ਸੀ, ਜਿਵੇਂ ਕਿ ਹੁਣ ਦੋਸ਼ ਲਾਏ ਜਾ ਰਹੇ ਆ। ਹੋਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇਸ ਤਰੀਕੇ ਦੇ ਨਾਲ ਗੱਡੀ ਪਲਟੀ ਹੋਵੇ ਤਾਂ ਕਿਸ ਤਰੀਕੇ ਨਾਲ ਬੰਦਾ ਵਿੱਚੋਂ ਨਿਕਲ ਕੇ ਕਾਲੀ ਤੇ ਪਿਸਤੌਲ ਦੇ ਨਾਲ ਫਾਇਰ ਕਰ ਸਕਦਾ ਤੇ ਪੁਲਿਸ ਨੂੰ ਮੁਕਾਬਲੇ ਦੇ ਵਿੱਚ ਮਾਰ ਸਕਦੀ ਹੈ। ਵਿਕਾਸ ਨੇ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਨਹੀਂ ਕੀਤੇ। ਵਿਕਾਸ ਨੇ ਕਤਲੋਗਾਰਦ ਬਹੁਤ ਕੀਤੇ ਆ। ਵਿਕਾਸ ਦਾ ਹਸ਼ਰ ਮਾੜਾ ਹੀ ਹੋਣਾ ਸੀ। ਪਰ ਗੱਲ ਅਸਲ ਦੇ ਵਿੱਚ ਇਹ ਹੈ ਕਿ ਜੇਕਰ ਉਹ ਜਿਉਂਦਾ ਰਹਿੰਦਾ, ਜੇਕਰ ਉਹ ਸਿੱਖਾਂ ਦੇ ਪਿੱਛੇ ਰਹਿੰਦਾ, ਜੇਕਰ ਉਹਦੇ ਕੋਲੋਂ ਇਮਾਨਦਾਰੀ ਦੇ ਨਾਲ ਪੜਤਾਲ ਹੁੰਦੀ, ਤਾਂ ਸ਼ਾਇਦ ਉਹ ਨਵੇਂ ਖੁਲਾਸੇ ਕਰਦਾ, ਸ਼ਾਇਦ ਉਹ ਜੱਜ ਦੇ ਮੂਹਰੇ ਕੁਝ ਬਿਆਨ ਕਰਦਾ, ਸ਼ਾਇਦ ਉਹ ਅਦਾਲਤ ਦੇ ਵਿੱਚ ਕਈ ਨਵੇਂ ਇਹੋ ਜਿਹੇ ਖੁਲਾਸੇ ਕਰਦਾ ਜਿਹਦੇ ਕਰਕੇ ਸਰਕਾਰਾਂ ਪਲਟ ਜਾਂਦੀਆਂ। ਇਹ ਗੱਲ ਚਿੱਟੇ ਰੇਡ ਵਾਂਗੂ ਸਾਫ਼ ਹੈ ਕਿ ਵਿਕਾਸ ਦੁਬੇ ਨੂੰ ਬਹੁਤ ਵੱਡੇ ਅਧਿਕਾਰੀਆਂ ਤੇ ਕਈ ਨੇਤਾਵਾਂ ਦਾ ਹੱਥ ਸੀ, ਉਹਨੂੰ ਛਤਰ ਛਾਇਆ ਸੀ, ਉਹਨੂੰ ਥਾਪੜਾ ਇਹੋ ਜਿਹਾ ਸੀ ਜਿਹਦੇ ਕਰਕੇ ਉਹਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ। ਅੱਜ ਜਿਸ ਤਰੀਕੇ ਦੇ ਨਾਲ ਯੂਪੀ ਦੇ ਸਾਬਕਾ DGP ਦੇ ਵੱਲੋਂ ਗੱਲ ਕਹੀ ਗਈ ਹੈ ਕਿ ਜੇਕਰ ਉਹ ਜਿਉਂਦਾ ਰਹਿੰਦਾ ਤਾਂ ਕਈ ਲੋਕ ਨੰਗੇ ਹੋਣੇ ਸੀ, ਉਹਨਾਂ ਨੇ ਨੰਗੇ ਹੋਣ ਤੋਂ ਪਹਿਲਾਂ ਹੀ ਇਹ ਕੰਮ ਕਰਵਾ ਦਿੱਤਾ। ਇਸੇ ਤਰੀਕੇ ਦੇ ਨਾਲ ਅੱਜ ਦਿਗਵਿਜੇ ਸਿੰਘ ਜਿਹੜੇ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਪਹਿਲਾਂ ਹੀ ਇਸ ਗੱਲ ਦੀ ਆਸ ਸੀ ਕਿ ਆਹ ਕੁਝ ਹੋਣਾ ਤੇ ਹੁਣ ਬਿਲਕੁਲ ਉਵੇਂ ਹੀ ਹੋਇਆ। ਸੋ ਕਹਿਣ ਦਾ ਭਾਵ ਇਹ ਹੈ ਕਿ ਗੈਂਗਸਟਰਾਂ ਦੇ ਵੱਲੋਂ ਜੋ ਕੁਝ ਕੀਤਾ ਜਾਂਦਾ, ਹਸ਼ਰ ਉਹਨਾਂ ਦਾ ਮਾੜਾ ਹੁੰਦਾ। ਕਿਉਂਕਿ ਜੇਕਰ ਅਸੀਂ ਸਮਾਜ ਵਿਰੋਧੀ ਅਨਸਰ ਬਣਦੇ ਆ ਤਾਂ ਫਿਰ ਸਮਾਜ ਆ ਜਿਹੜਾ ਸਾਨੂੰ ਪ੍ਰਵਾਨ ਵੀ ਨਹੀਂ ਕਰਦਾ ਤੇ ਪੁਲਿਸ ਆ ਜਿਹੜੀ, ਕਾਨੂੰਨ ਆ ਜਿਹੜਾ, ਉਹ ਸਾਨੂੰ ਆਪਣੇ ਦਸਤ ਪੰਜੇ ਦੇ ਵਿੱਚ ਲੈਣ ਨੂੰ ਫਿਰਦਾ। ਪਰ ਪੁਲਿਸ ਦੀਆਂ ਕਾਰਕਰਦਗੀਆਂ ਇਸ ਇਨਕਾਊਂਟਰ ਦੇ ਰਾਹੀਂ ਨੰਗੀਆਂ ਜ਼ਰੂਰ ਹੋਈਆਂ। ਇਹ ਵੀ ਵਿੱਚੋਂ ਖਬਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਯੂਪੀ ਦੀ ਪੁਲਿਸ ਦੇ ਵਿੱਚ ਧੜੇਬੰਦੀ ਬਹੁਤ ਵੱਡੇ ਪੱਧਰ ਦੇ ਉੱਤੇ ਆ। ਕਾਨਪੁਰ ਦੀ ਪੁਲਿਸ ਆ ਜਿਹੜੀ, ਉਹ ਕਈ ਧੜਿਆਂ ਦੇ ਵਿੱਚ ਵੰਡੀ ਹੋਈ ਹੈ। ਜੇਕਰ ਪੁਲਿਸ ਧੜਿਆਂ ਦੇ ਵਿੱਚ ਨਾ ਵੰਡੀ ਹੁੰਦੀ ਤਾਂ 2 ਜੁਲਾਈ ਦੀ ਰਾਤ ਨੂੰ ਜਦੋਂ 8 ਪੁਲਿਸ ਵਾਲੇ ਮਾਰੇ ਗਏ ਆ ਇਹਨਾਂ ਗੈਂਗਸਟਰਾਂ ਦੇ ਹੱਥੋਂ, ਉਹਨਾਂ ਦੀ ਜ਼ਿੰਦਗੀ ਬਚ ਵੀ ਸਕਦੀ ਸੀ। ਪਰ ਜਾਣਬੁੱਝ ਕੇ ਇਹ ਗੱਲ ਕੀਤੀ ਗਈ ਵੀ ਚਲੋ ਤੁਸੀਂ ਚੱਲੋ। ਹੋਰ ਦੁੱਖ ਦੀ ਗੱਲ ਇਹ ਹੈ ਕਿ ਸਮੇਂ-ਸਮੇਂ ਦੇ ਉੱਤੇ ਇਹ ਵੀ ਦੋਸ਼ ਲੱਗਦੇ ਰਹੇ ਆ ਕਿ ਵਿਕਾਸ ਦੁਬੇ ਨੂੰ ਪੁਲਿਸ ਵਾਲਿਆਂ ਦੇ ਵਿੱਚੋਂ ਕੁਝ ਇੱਕ ਇਹੋ ਜਿਹੇ ਸੀਗੇ ਜਿਹੜੇ ਮੌਕੇ ਦੀ ਸੂਹ ਦਿੰਦੇ ਰਹੇ ਆ, ਜਿਹੜੇ ਉਹਨੂੰ ਜਾਣਕਾਰੀ ਲੀਕ ਕਰਦੇ ਰਹੇ
ਇਹ ਆ ਕਿ ਹੁਣ ਇੱਥੇ ਛਾਪਾ ਪੈਣਾ ਤੂੰ ਇੱਥੋਂ ਨਿਕਲ ਜਾ, ਹੁਣ ਇੱਥੇ ਪੁਲਿਸ ਆਉਣੀ ਹੈ ਤੂੰ ਇੱਥੋਂ ਨਿਕਲ ਜਾ। ਕਹਿਣ ਦਾ ਭਾਵ ਇਹ ਹੈ ਕਿ ਇੱਕ ਪਾਸੇ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਸੀ ਕਿ ਇਸ ਗੈਂਗਸਟਰ ਦਾ ਕੀ ਬਣਦਾ, ਦੂਜੇ ਪਾਸੇ ਉਹਨੂੰ ਕੁਝ ਕੁ ਲੋਕ ਬਚਾਉਣ ਦੇ ਲਈ ਪੱਬਾਂ ਭਾਰ ਹੋਏ ਬੈਠੇ ਸੀਗੇ। ਖਾਸ ਕਰਕੇ ਪੁਲਿਸ ਤੰਤਰ ਦੇ ਨਾਲ ਜੁੜੇ ਹੋਏ ਯੂਪੀ ਦੇ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਸੰਡ ਗੱਡ ਵਾਲਾ ਕੰਮ ਸੀਗਾ ਤੇ ਜਿਨ੍ਹਾਂ ਦੇ ਵੱਲੋਂ ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ। ਸੋ ਹੁਣ ਇਸ ਕਹਾਣੀ ਦਾ ਅੰਤ ਹੋ ਗਿਆ। ਇਸ ਕਹਾਣੀ ਦੇ ਵਿੱਚੋਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਣਾ ਸੀ ਜਿਹੜਾ ਕਿ ਨਿਕਲ ਕੇ ਨਹੀਂ ਆਉਣ ਦਿੱਤਾ ਗਿਆ। ਸੋ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜਾ ਮੋੜ ਕੱਟੂਗਾ, ਪਰ ਹੁਣ ਇਹ ਮਾਮਲਾ ਅਦਾਲਤ ਦੇ ਵਿੱਚ ਚਲਾ ਗਿਆ। ਅਦਾਲਤ ਦੇ ਵੱਲੋਂ ਇਹ ਇੱਕ ਹੁਕਮ ਜਾਰੀ ਕੀਤਾ ਗਿਆ ਕੁਝ ਵਰ੍ਹੇ ਪਹਿਲਾਂ ਕਿ ਜਿਹੜਾ ਵੀ ਇਨਕਾਊਂਟਰ ਹੁੰਦਾ ਉਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ, ਉਸ ਮਾਮਲੇ ਦਾ ਨਿਰੀਖਣ ਹੋਣਾ ਚਾਹੀਦਾ। ਪੜਤਾਲ ਦੇ ਵਿੱਚ ਵੀ ਇਹੀ ਕੁਝ ਨਿਕਲਣਾ ਕਿਉਂਕਿ ਪੜਤਾਲ ਵੀ ਆਪਾਂ ਹੀ ਕਰਨੀ ਆ। ਸੋ ਗੱਲ ਇਹ ਖਤਮ ਹੋ ਚੁੱਕੀ ਹੈ। ਜਿਹੜੇ ਲੋਕ ਨੰਗੇ ਹੋਣੇ ਚਾਹੀਦੇ ਸੀ ਉਹ ਨੰਗੇ ਨਹੀਂ ਹੋ ਸਕੇ। ਇੱਕ ਗੈਂਗਸਟਰ ਦਾ ਅੰਤ ਹੋਇਆ। ਗੈਂਗਸਟਰ ਦਾ ਅੰਤ ਤਾਂ ਚਲੋ ਹੋਣਾ ਹੀ ਸੀ, ਪਰ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਬੈਠੇ ਆ, ਜਿਹੜੇ ਕਿ ਲਿਬੜੇ ਹੋਏ ਲੋਕ ਆ, ਜਿਹੜੇ ਕਿ ਇਸ ਵਕਤ ਜੋਕਾਂ ਵਾਂਗੂ ਚੁੰਬੜੇ ਹੋਏ ਆ ਸਾਡੇ ਦੇਸ਼ ਨੂੰ, ਸਾਡੇ ਸੂਬਿਆਂ ਨੂੰ, ਉਹਨਾਂ ਨੂੰ ਨੰਗੇ ਕਰਨ ਵਾਲੇ ਲੋਕ ਆ ਜਿਹੜੇ ਉਹ ਕਈ ਵਾਰ ਜਹਾਨੋਂ ਕੂਚ ਕਰ ਜਾਂਦੇ ਆ, ਕਈ ਵਾਰ ਤੋੜ ਦਿੱਤੇ ਜਾਂਦੇ ਆ, ਜਿਵੇਂ ਕਿ ਹੁਣ ਸਭ ਕੁਝ ਸਾਹਮਣੇ ਆਇਆ। ਜਲੰਧਰ ਦੇ ਦਿਹਾਤੀ ਐਸਐਸਪੀ ਨਵਜੋਤ ਸਿੰਘ ਮਾਲ ਕਰੋਨਾ ਪੀੜਤ ਪਾਏ ਗਏ ਆ। ਉਹਨਾਂ ਦੇ ਕਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਕਈ ਅਧਿਕਾਰੀਆਂ ਤੇ ਕਈ ਵਿਧਾਇਕਾਂ ਦੇ ਵੱਲੋਂ ਖੁਦ ਨੂੰ ਕੁਆਰੰਟੀਨ ਕਰ ਲਿਆ ਗਿਆ, ਯਾਨੀ ਕਿ ਉਹ ਇਕਾਂਤਵਾਸ ਦੇ ਵਿੱਚ ਚਲੇ ਗਏ ਆ। ਕਿਉਂਕਿ ਜਿਹੜੇ ਇਹ ਸੀਨੀਅਰ ਅਧਿਕਾਰੀ ਆ ਇਹ ਵੱਖ-ਵੱਖ ਨੇਤਾਵਾਂ ਦੇ ਨਾਲ ਵੱਖ-ਵੱਖ ਮੀਟਿੰਗਾਂ ਦੇ ਵਿੱਚ ਮਿਲਦੇ ਆ, ਵੱਖ-ਵੱਖ ਸਮਾਗਮਾਂ ਦੇ ਵਿੱਚ ਇਕੱਠੇ ਸ਼ਿਰਕਤ ਕਰਦੇ ਆ। ਇਸ ਕਰਕੇ ਜਦੋਂ ਕੋਈ ਹੁਣ ਇੱਕ ਕਰੋਨਾ ਪੀੜਤ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਸਾਰਿਆਂ ਨੂੰ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਾਰੇ ਬਚਣ ਦੀ ਕੋਸ਼ਿਸ਼ ਵੀ ਕਰਦੇ ਆ ਵੀ ਕਿਤੇ ਲਾਗ ਸਾਡੇ ਤੱਕ ਨਾ ਪਹੁੰਚ ਗਈ ਹੋਵੇ, ਕਿਉਂਕਿ ਅਸੀਂ ਹੱਥ ਵੀ ਮਿਲਾਉਂਦੇ ਆ, ਅਸੀਂ ਨੇੜੇ ਵੀ ਜਾਂਦੇ ਆ, ਕਈ ਵਾਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਪਰ ਹੁਣ ਨਵਜੋਤ ਸਿੰਘ ਮਾਹਲ ਹੋਰਾਂ ਦੀ ਸਿਹਤ ਠੀਕ ਹੈ, ਉਹਨਾਂ ਦੀ ਸਿਹਤ ਦੇ ਵਿੱਚ ਕੋਈ ਬਹੁਤਾ ਵੱਡਾ ਵਿਗਾੜ ਨਹੀਂ, ਉਹ ਤੰਦਰੁਸਤ ਹੋ ਜਾਣ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ। ਪਰ ਪਿਛਲੇ ਦਿਨੀ ਅਵਤਾਰ ਸਿੰਘ ਹੈਨਰੀ ਜਿਹੜੇ ਕਿ ਸਾਬਕਾ ਮੰਤਰੀ ਆ ਕਾਂਗਰਸ ਦੇ, ਜਿਨ੍ਹਾਂ ਦਾ ਪੁੱਤਰ ਬਾਵਾ ਹੈਨਰੀ ਇਸ ਵਕਤ ਵਿਧਾਇਕ ਵੀ ਆ ਕਾਂਗਰਸ ਦੇ ਵੱਲੋਂ, ਉਹਨਾਂ ਦੇ ਪਰਿਵਾਰ ਦੇ ਵਿੱਚ ਵਿਆਹ ਸੀ, ਅਵਤਾਰ ਹੈਨਰੀ ਦੀ ਧੀ ਦਾ ਵਿਆਹ ਸੀ, ਉੱਥੇ ਵੀ ਨਵਜੋਤ ਮਾਲ ਹੋਰੀ ਗਏ ਸੀਗੇ। ਤੇ ਹੁਣ ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਆ। ਕਈ ਇਹ ਗੱਲ ਕਹਿੰਦੇ ਮੀਡੀਆ ਦੇ ਅੰਗ ਕਿ ਜੋ ਮਾਲ ਸਾਹਿਬ ਨੇ ਉਹਨਾਂ ਦੇ ਵੱਲੋਂ ਮਾਸਕ ਨਹੀਂ ਸੀ ਪਹਿਨਿਆ ਗਿਆ। ਕਈ ਇਹੋ ਜਿਹੀਆਂ ਫੋਟੋਆਂ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਨਵਜੋਤ ਮਾਲ ਤੇ ਅਵਤਾਰ ਹੈਨਰੀ ਹੱਥ ਮਿਲਾ ਰਹੇ ਆ, ਯਾਨੀ ਕਿ ਸੰਕੋਚ ਵਰਤਣਾ ਇਸ ਵਕਤ, ਸੰਜਮ ਵਰਤਣਾ ਇਸ ਵਕਤ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਇਹ ਸਭ ਨੂੰ ਵਰਤਣ ਦੀ ਲੋੜ ਹੈ। ਮੇਰੇ ਲਈ ਵੀ ਇਹ ਗੱਲ ਜ਼ਰੂਰਤ ਵਾਲੀ ਹੈ, ਤੁਹਾਡੇ ਲਈ ਵੀ ਇਹ ਗੱਲ ਜ਼ਰੂਰਤ ਵਾਲੀ ਹੈ। ਪਰ ਜਲੰਧਰ ਤੇ ਸਮੁੱਚੇ ਪੰਜਾਬ ਦੇ ਵਿੱਚ ਕਰੋਨਾ ਦਾ ਕਹਿਰ ਵੱਧ ਰਿਹਾ। ਇੱਕ ਦਿਨ ਦੇ ਵਿੱਚ ਅੱਜ 142 ਨਵੇਂ ਕੇਸ ਆਏ ਆ। ਪੰਜਾਬ ਦੇ ਵਿੱਚ ਮੌਤਾਂ ਦੀ ਗਿਣਤੀ ਲਗਭਗ 185 ਹੋ ਚੁੱਕੀ ਹੈ। ਭਾਰਤ ਦੁਨੀਆ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਕਰੋਨਾ ਪੀੜਤਾਂ ਦੇ ਮਾਮਲੇ ਦੇ ਵਿੱਚ ਆ ਚੁੱਕਿਆ। ਪਰ ਲੋਕ ਕਈ ਟਿਚਰਾਂ ਕਰਦੇ ਆ। ਜੇ ਤੁਸੀਂ ਇਹ ਗੱਲ ਕਹਿੰਦੇ ਕਿਸੇ ਨੂੰ ਕਿ ਕਰੋਨਾ ਤੋਂ ਬਚ ਕੇ ਰਹੀਂ, ਕਿਤੇ ਕੋਈ ਨੁਕਸਾਨ ਨਾ ਹੋ ਜੇ, ਤਾਂ ਬਹੁਤੇ ਬੰਦੇ ਅੱਗੋਂ ਇਹ ਗੱਲ ਕਹਿੰਦੇ ਵੀ ਕਿਹੜਾ ਕਰੋਨਾ, ਇਹ ਤਾਂ ਸਿਰਫ ਡਰਾਮੇਬਾਜ਼ੀ ਹੈ, ਇਹ ਤਾਂ ਸਰਕਾਰਾਂ ਦੇ ਵੱਲੋਂ ਇੱਕ ਸਟੰਟ ਖੇਡਿਆ ਜਾ ਰਿਹਾ। ਕਰੋਨਾ ਕਰਾਨਾ ਕੋਈ ਨਹੀਂ ਹੁੰਦਾ, ਆਪਾਂ ਨੂੰ ਕੁਝ ਨਹੀਂ ਕਹਿੰਦਾਗਾ। ਕੱਲ ਇੱਕ ਬੰਦਾ ਇਹ ਗੱਲ ਕਹਿ ਰਿਹਾ ਸੀ ਜਿਹੜਾ ਸਾਨੂੰ ਮਿਲਿਆ, ਕਹਿੰਦਾ ਹੋ ਸਕਦਾ ਮੈਨੂੰ ਕਰੋਨਾ ਹੋ ਕੇ ਹਟ ਵੀ ਗਿਆ ਹੋਵੇ, ਇਹ ਤਾਂ ਡਰਾਮੇਬਾਜ਼ੀ ਹੈ, ਜਦੋਂ ਬੰਦੇ ਆਪੇ ਤੰਦਰੁਸਤ ਹੋ ਰਹੇ ਆ। ਲੋਕਾਂ ਦਾ ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਕੋਈ ਦਵਾਈ ਨਹੀਂ ਮਿਲੀ, ਜਦੋਂ ਕੋਈ ਦਵਾਈ ਨਹੀਂ ਹਾਲੇ ਤੱਕ ਬਣੀ, ਤਾਂ ਫਿਰ ਹਸਪਤਾਲ ਦੇ ਵਿੱਚ ਭਰਤੀ ਹੋਇਆ ਬੰਦਾ ਤੰਦਰੁਸਤ ਕਿਵੇਂ ਹੋ ਜਾਂਦਾ? ਡਾਕਟਰ ਇਹ ਗੱਲ ਕਹਿੰਦੇ ਅਸੀਂ ਇਹਦੀ ਇਮਿਊਨਿਟੀ ਨੂੰ ਤਾਕਤਵਰ ਕਰਤਾ, ਪਰ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਦਵਾਈ ਬਣੀ ਨਹੀਂ ਤਾਂ ਫਿਰ ਬੰਦਾ ਬਚ ਕਿਵੇਂ ਜਾਂਦਾ? ਤੇ ਫਿਰ ਹਸਪਤਾਲ ਲੱਖਾਂ ਰੁਪਏ ਦਾ ਬਿੱਲ ਕਿਹੜੀ ਦਵਾਈ ਦੇ ਕੇ ਤੇ ਬਣਾ ਲੈਂਦੇ ਆ? ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੰਸਦ ਮੈਂਬਰ, ਵਿਧਾਇਕਾਂ ਤੇ ਕਾਂਗਰਸੀ ਨੇਤਾਵਾਂ ਸਣੇ ਕਈ ਉੱਚ ਅਧਿਕਾਰੀਆਂ ਦੇ ਉੱਤੇ ਕਰੋਨਾ ਦਾ ਸਾਇਆ ਘੁੰਮਣ ਲੱਗਾ ਜਦੋਂ ਐਸਐਸਪੀ ਨਵਜੋਤ ਸਿੰਘ ਮਾਲ ਤੇ ਸ਼ਾਹਕੋਟ ਦੇ ਐਸਡੀਐਮ ਸੰਜੀਵ ਸ਼ਰਮਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਜਿਉਂ ਹੀ ਦੋਵੇਂ ਅਧਿਕਾਰੀਆਂ ਦੇ ਪੋਜ਼ਿਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਜੰਗਲ ਦੀ ਅੱਗ ਦੇ ਵਾਂਗੂ ਖਬਰ ਫੈਲੀ, ਜਿਸ ਕਰਕੇ ਕਾਂਗਰਸੀ ਗਲਿਆਰਿਆਂ ਸਣੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ। ਉੱਚ ਅਧਿਕਾਰੀਆਂ ਦੇ ਸਣੇ ਕਰੋਨਾ ਵਾਇਰਸ ਪੋਜ਼ਿਟਿਵ ਹੁੰਦੇ ਹੀ ਸਿਹਤ ਮਹਿਕਮਾ ਹਰਕਤ ਦੇ ਵਿੱਚ ਆ ਗਿਆ ਤੇ ਮਹਿਕਮੇ ਨੇ ਐਸਐਸਪੀ ਮਾਹਲ ਤੇ ਐਸਡੀਐਮ ਸ਼ਰਮਾ ਦੀਆਂ ਪਿਛਲੇ ਦਿਨਾਂ ਦੀਆਂ ਗਤੀਵਿਧੀਆਂ ਤੇ ਉਹਨਾਂ ਨਾਲ ਮਿਲਣ ਵਾਲੇ ਲੋਕਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ। ਸਿਹਤ ਮਹਿਕਮਾ ਸਭ ਤੋਂ ਵੱਧ ਨਜ਼ਰ ਪਿਛਲੇ ਦਿਨੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦੀ ਬੇਟੀ ਤੇ ਵਿਧਾਇਕ ਬਾਵਾ ਹੈਨਰੀ ਦੀ ਭੈਣ ਦੇ ਹੋਏ ਉਸ ਹਾਈ ਪ੍ਰੋਫਾਈਲ ਵਿਆਹ ਦੇ ਉੱਤੇ ਨਿਗਾਹ ਟਿਕਾ ਰਿਹਾ, ਜਿਸ ਵਿੱਚ ਐਸਐਸਪੀ ਨਵਜੋਤ ਮਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸਨ। ਅਵਤਾਰ ਹੈਨਰੀ ਦੇ ਨਿਵਾਸ ਸਥਾਨ ਦੇ ਉੱਤੇ ਵਿਆਹ ਪ੍ਰੋਗਰਾਮ ਦੇ ਵਿੱਚ ਹੈਨਰੀ ਪਰਿਵਾਰ, ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ
ਮੈਂਬਰ ਪਾਰਲੀਮੈਂਟ, ਵਿਧਾਇਕ ਤੇ ਕਈ ਹੋਰ ਸੀਨੀਅਰ ਜੂਨੀਅਰ ਨੇਤਾ ਪਹੁੰਚੇ ਸਨ। ਐਸਐਸਪੀ ਨਵਜੋਤ ਸਿੰਘ ਮਾਹਲ ਦੇ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨਾਲ ਹੱਥ ਮਿਲਾਉਂਦਿਆਂ ਦੀ ਫੋਟੋ ਵਾਇਰਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮਾਹਲ ਅਵਤਾਰ ਹੈਨਰੀ ਦੀ ਧੀ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਤੇ ਇਸ ਦੌਰਾਨ ਮਾਹਲ ਨੇ ਹੈਨਰੀ ਨਾਲ ਹੱਥ ਵੀ ਮਿਲਾਇਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਨਵਜੋਤ ਸਿੰਘ ਮਾਹਲ ਤੰਦਰੁਸਤ ਹੋ ਜਾਣ ਤੇ ਕੋਈ ਵੀ ਕਰੋਨਾ ਪੀੜਤ ਨਾ ਹੋਵੇ, ਇਸ ਗੱਲ ਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਹੈ, ਅਰਦਾਸ ਕੀਤੀ ਹੈ। ਪਰ ਗੱਲ ਇਹ ਹੈ ਕਿ ਸਿਰਫ ਇਸ ਮਸਲੇ ਦੀ ਖਬਰ ਤਾਂ ਕਰਕੇ ਬਣੀ ਹੈ ਕਿਉਂਕਿ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜੁੜਿਆ ਹੋਇਆ ਮਾਮਲਾ। ਜੇ ਕਿਸੇ ਸਟੋਰ ਦੇ ਵਿੱਚ, ਕਿਸੇ ਦੁਕਾਨ ਦੇ ਵਿੱਚ ਇੱਕ ਦੂਜੇ ਨਾਲ ਹੱਥ ਮਿਲਾਉਂਦਿਆਂ ਕਰੋਨਾ ਦੀ ਲਾਗ ਅੱਗੇ ਤੋਂ ਅੱਗੇ ਵੱਧ ਜਾਂਦੀ ਹੈ, ਫਿਕਰ ਉਹਦਾ ਵੀ ਓਨਾ ਹੀ ਹੋਣਾ ਚਾਹੀਦਾ ਜਿੰਨਾ ਕਿ ਹੁਣ ਇੱਥੇ ਹਾਈ ਪ੍ਰੋਫਾਈਲ ਲੋਕਾਂ ਦੇ ਕਰਕੇ ਫਿਕਰ ਹੈ। ਗੱਲ ਅਸਲ ਦੇ ਵਿੱਚ ਇਹ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਸੰਜਮ ਦੀ ਵਰਤੋਂ ਘੱਟ ਕਰ ਰਹੇ ਆ। ਲੋਕ ਆ ਜਿਹੜੇ ਉਹ ਸੰਕੋਚ ਨਹੀਂ ਕਰ ਰਹੇ, ਲੋਕ ਇਹਤਿਆਤ ਨਹੀਂ ਵਰਤ ਰਹੇ, ਲੋਕ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ, ਜਿਹਦੇ ਕਰਕੇ ਕਰੋਨਾ ਅੱਗੇ ਤੋਂ ਅੱਗੇ ਵੱਧ ਰਿਹਾ। ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਕਰੋਨਾ ਸ਼ੁਰੂ ਹੋਇਆ ਉਦੋਂ ਇਹ ਗੱਲ ਕਹੀ ਸੀ ਕਿ 87% ਲੋਕ ਕਰੋਨਾ ਤੋਂ ਪੀੜਤ ਹੋਣਗੇ ਪੰਜਾਬ ਦੇ। ਇਹੋ ਜਿਹੀਆਂ ਖਬਰਾਂ ਤੇ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਜਿਸ ਤਰੀਕੇ ਨਾਲ ਕਰੋਨਾ ਦੀਆਂ ਖਬਰਾਂ ਅੱਗੇ ਤੋਂ ਅੱਗੇ ਵੱਧ ਰਹੀਆਂ, ਕਿਤੇ ਇਸ ਅੰਕੜੇ ਨੂੰ ਅਸੀਂ ਸੱਚੀ ਮੁੱਚੀ ਨਾ ਛੋ ਜਾਈਏ, ਕਿਉਂਕਿ ਸਾਡੇ ਕੋਲੇ ਇਲਾਜ ਤਾਂ ਕੋਈ ਹੈ ਹੀ ਨਹੀਂ। ਅੱਜ ਵੀ ਜੇਕਰ ਅਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਦੇਖਦੇ ਹਾਂ ਤਾਂ ਲੋਕਾਂ ਦੀ ਕੀ ਹਾਲਤ ਆ, ਉੱਥੇ ਕੁਝ ਕਹਿਣ ਦੀ ਲੋੜ ਨਹੀਂ ਆ। ਲੋਕ ਆ ਜਿਹੜੇ ਉਹ ਬੇਸ਼ੱਕ ਇਹ ਗੱਲ ਕਹਿੰਦੇ ਕਿ ਅਸੀਂ ਲੁੱਟੇ ਗਏ, ਪਰ ਸਰਕਾਰ ਇਹ ਗੱਲ ਕਹਿੰਦੀ ਹੈ ਜੀ ਕੋਈ ਲੁੱਟੇ ਨਹੀਂ ਗਏ, ਅਸੀਂ ਆਪਦੇ ਵੱਲੋਂ ਬਹੁਤ ਕਮਾਲ ਦੇ ਪ੍ਰਬੰਧ ਕੀਤੇ ਆ। ਸੋ ਜੇਕਰ ਭਾਰਤ ਪੱਧਰ ਦੀ ਗੱਲ ਕਰਦੇ ਆ ਤਾਂ ਅਸੀਂ ਸਿਹਤ ਮਾਮਲੇ ਦੇ ਵਿੱਚ ਕਿੱਥੇ ਜੇ ਖੜੇ ਆ, ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ। ਜੇਕਰ ਕੋਈ ਮਾਤੜ ਬੰਦਾ ਅੱਜ ਕਰੋਨਾ ਪੀੜਤ ਹੋ ਜਾਵੇ ਤੇ ਉਹ ਨਿੱਜੀ ਹਸਪਤਾਲ ਦੇ ਵਿੱਚ ਚਲਾ ਜਾਵੇ ਤਾਂ ਲੱਖਾਂ ਰੁਪਏ ਦੇ ਵਿੱਚ ਉਹਨੂੰ ਇਹੋ ਜਿਹਾ ਟੀਕਾ ਲੱਗਦਾ, ਜ਼ਿੰਦਗੀ ਦੇ ਵਿੱਚ ਉਹ ਦੁਬਾਰਾ ਉੱਠ ਨਹੀਂ ਸਕੂਗਾ। ਉਹ ਬੰਦਾ ਇਹੀ ਸੋਚੂਗਾ ਕਿ ਇਹਦੇ ਨਾਲੋਂ ਤਾਂ ਮੈਂ ਮਰ ਜਾਂਦਾ, ਇਹੀ ਚੰਗਾ ਸੀ, ਕਿਉਂਕਿ ਜਿਹਦੇ ਕੋਲੇ 4 ਸਿਆੜ ਜ਼ਮੀਨ ਦੇ ਆ ਤੇ ਜੇਕਰ ਉਹ ਵੀ ਚਲੇ ਗਏ ਤਾਂ ਫਿਰ ਬੰਦਾ ਜਿਉਂਦਾ ਵੀ ਮੋਇਆਂ ਵਰਗਾ। ਇਹਦੇ ਬਾਰੇ ਆਪਾਂ ਜਾਣਦੇ ਹਾਂ। ਸੋ ਇਸ ਵਕਤ ਜ਼ਰੂਰਤ ਹੈਗੀ ਆ ਸਿਹਤ ਸਹੂਲਤਾਂ ਦੇ ਵਿੱਚ ਸੁਧਾਰ ਕਰਨ ਦੀ। ਇਸ ਵਕਤ ਜ਼ਰੂਰਤ ਹੈਗੀ ਆ ਲੋਕਾਂ ਦੇ ਵੱਲੋਂ ਹਦਾਇਤਾਂ ਦਾ ਪਾਲਣ ਕਰਨ ਦੀ। ਇਸ ਵਕਤ ਜ਼ਰੂਰਤ ਹੈਗੀ ਆ ਕਿ ਪੁਲਿਸ ਮਹਿਕਮਾ ਜਿਹੜਾ ਉਹ ਆਪਣੀ ਡਿਊਟੀ ਨੂੰ ਸੱਚੀ ਮੁੱਚੀ ਤਨਦੇਹੀ ਦੇ ਨਾਲ ਨਿਭਾਵੇ, ਜਿਵੇਂ ਕਿ ਕਈ ਥਾਵਾਂ ਦੇ ਉੱਤੇ ਨਿਭਾਉਣ ਦੀਆਂ ਖਬਰਾਂ ਵੀ ਆ ਰਹੀਆਂ। ਪਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਰੋਨਾ ਫੈਲ ਰਿਹਾ, ਜਿਸ ਤਰੀਕੇ ਨਾਲ ਕਰੋਨਾ ਦਾ ਕਹਿਰ ਵੱਧ ਰਿਹਾ, ਇਹ ਸੱਚੀ ਮੁੱਚੀ ਬਹੁਤ ਵੱਡੀ ਫਿਕਰਮੰਦੀ ਵਾਲੀ ਗੱਲ ਹੈ। ਲੋਕਾਂ ਨੂੰ ਉਲਾਂਭੇ ਦੇਣ ਦੀ ਥਾਂ ਦੇ ਉੱਤੇ ਖੁਦ ਦੇ ਬਚਾਅ ਦੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਬਾਦਲਾਂ ਨੇ ਕੁਝ ਨਹੀਂ ਕੀਤਾ, ਕੈਪਟਨ ਨੇ ਕੁਝ ਨਹੀਂ ਕੀਤਾ, ਮੋਦੀ ਨੇ ਕੁਝ ਨਹੀਂ ਕੀਤਾ, ਪਰ ਅਸੀਂ ਇਹ ਵੀ ਸੋਚੀਏ ਕਿ ਅਸੀਂ ਵੀ ਕੁਝ ਨਹੀਂ ਕੀਤਾ। ਅਸੀਂ ਉਲਾਂਭੇ ਵੀ ਤਾਂ ਦੇਵਾਂਗੇ ਜੇਕਰ ਜਿਉਂਦੇ ਰਹੇ, ਤੇ ਅਸੀਂ ਨਿੰਦਦੇ ਕਈ ਵਾਰ ਇਹ ਭੁੱਲ ਜਾਂਦੇ ਹਾਂ ਕਿ ਸਾਡੀਆਂ ਗਲਤੀਆਂ ਕਿਹੜੀਆਂ। ਉਹ ਤਾਂ ਗਲਤ ਹੈਗੇ ਹੀ ਹੈਗੇ ਆ, ਆਪਾਂ ਜਾਣਦੇ ਆ। ਉਹ ਕਿੰਨੇ ਕੁ ਸਹੀ ਆ ਇਹ ਉਹਨਾਂ ਦੀ ਪਾਰਟੀ ਦੇ ਸਮਰਥਕਾਂ ਨੂੰ ਪਤਾ ਹੋਊਗਾ, ਪਰ ਅਸੀਂ ਆਪ ਵੀ ਸਹੀ ਹੋਈਏ ਕਿਉਂਕਿ ਜ਼ਿੰਦਗੀ ਸਾਡੀ ਆ, ਸਰਕਾਰੀ ਨਹੀਂ। ਸੇਵਾ ਸਿੰਘ ਸੇਖਵਾਂ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਸੀ, ਫਿਰ ਉਹ ਛੜੱਪਾ ਮਾਰ ਕੇ ਟਕਸਾਲੀ ਦਲ ਦੇ ਵਿੱਚ ਚਲੇ ਗਏ। ਪਿਛਲੇ ਦਿਨੀ ਉਹ ਛਾਲ ਮਾਰ ਕੇ ਤੇ ਢੀਂਡਸਾ ਗਰੁੱਪ ਦੇ ਵਿੱਚ ਆਣ ਮਿਲੇ ਆ। ਉਹਨਾਂ ਦੇ ਵੱਲੋਂ ਅੱਜ ਕੁਝ ਇੱਕ ਗੱਲਾਂ ਕਹੀਆਂ ਗਈਆਂ। ਆਪਾਂ ਜਾਣਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਨਵੀਂ ਪਾਰਟੀ ਦਾ ਗਠਨ ਕੀਤਾ ਗਿਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਵਾਲਾ ਅਕਾਲੀ ਦਲ ਅਸਲੀ ਅਕਾਲੀ ਦਲ ਹੈ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਤੀਜਾ ਮੋਰਚਾ ਅਸੀਂ ਲੈ ਕੇ ਆਵਾਂਗੇ, ਤੀਜੇ ਬਦਲ ਦੇ ਉੱਤੇ ਭਰੋਸਾ ਬਹਾਲ ਕਰਾਵਾਂਗੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਰੁਕੇ ਹੋਏ ਪੰਥਕ ਮਸਲੇ ਅਸੀਂ ਹੱਲ ਕਰਾਂਗੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਤੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆ ਉਹ ਜਿੱਤ ਕੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਗੱਲ ਉਹ ਪੈਦਾ ਕਰਾਂਗੇ। ਪਰ ਇਸੇ ਦਰਮਿਆਨ ਬ੍ਰਹਮਪੁਰਾ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੇਰੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ। ਉਹ ਇਹ ਗੱਲ ਕਹਿੰਦੇ ਆ ਕਿ ਮੇਰੇ ਮਿੱਤਰ ਮੈਨੂੰ ਛੱਡ ਗਏ ਆ, ਤੇ ਉਹ ਇਹ ਗੱਲ ਕਹਿੰਦੇ ਆ ਜੀ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਪ੍ਰਧਾਨ ਬਣਨ ਦਾ ਜੇਕਰ ਚਾਅ ਸੀ ਉਹ ਸਾਡੀ ਟਕਸਾਲੀ ਦਲ ਪਾਰਟੀ ਦੇ ਪ੍ਰਧਾਨ ਬਣ ਜਾਂਦੇ, ਨਵੀਂ ਪਾਰਟੀ ਨਾ ਬਣਾਉਂਦੇ। ਪਰ ਅੱਜ ਸੇਵਾ ਸਿੰਘ ਸੇਖਵਾ ਹੋਰਾਂ ਨੇ ਕਿਹੜੀਆਂ ਗੱਲਾਂ ਕਹੀਆਂ, ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੇਵਾ ਸਿੰਘ ਸੇਖਵਾਂ ਜਿਹੜੇ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਧੜੇ ਦੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਜਿਹਦੇ ਕਰਕੇ ਪਾਰਟੀ ਉਸ ਪੱਧਰ ਦੇ ਉੱਤੇ ਨਹੀਂ ਪਹੁੰਚ ਸਕੀ ਜਿੱਥੋਂ ਤੱਕ ਉਹਨੂੰ ਪਹੁੰਚਣਾ ਚਾਹੀਦਾ ਸੀ। ਸੇਵਾ ਸਿੰਘ ਸੇਖਵਾਂ ਨੇ ਇਹ ਵੀ ਗੱਲ ਕਹੀ ਕਿ ਅਸਲ ਦੇ ਵਿੱਚ ਬ੍ਰਹਮਪੁਰਾ ਸਾਹਿਬ ਦੀ ਜ਼ਿੱਦ ਦੇ ਕਰਕੇ ਪਾਰਟੀ ਦਾ ਵਿਸਥਾਰ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਬ੍ਰਹਮਪੁਰਾ ਹੋਰਾਂ ਨੂੰ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਆਪਣੀ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕੀਤਾ ਗਿਆ। ਪੰਜਾਬ ਦੇ ਲੋਕ ਤੁਹਾਡੀ ਅਗਵਾਈ ਨੂੰ ਕਬੂਲ ਨਹੀਂ ਕਰ ਰਹੇ, ਜਿਹਦੇ ਕਰਕੇ ਪਾਰਟੀ ਨੂੰ ਉਸ ਪੱਧਰ ਦੇ ਉੱਤੇ ਹੁਲਾਰਾ ਨਹੀਂ ਮਿਲ ਰਿਹਾ। ਆਪਾਂ ਪਾਰਟੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਕਰੀਏ। ਪਰ ਬ੍ਰਹਮਪੁਰਾ ਸਾਹਿਬ ਇਸ ਗੱਲ ਦੇ ਉੱਤੇ ਅਮਲ ਨਹੀਂ ਸਨ ਕਰਦੇ। ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਇਸ ਗੱਲ ਦੇ ਉੱਤੇ ਕਾਇਮ ਹਾਂ ਜੋ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸਹੁੰ ਜਾ ਕੇ ਖਾਧੀ ਸੀ ਕਿ ਪੰਜਾਬ ਦੇ ਵਿਗੜੇ ਹੋਏ ਮਸਲੇ ਹੱਲ ਕਰਵਾਵਾਂਗੇ। ਇਸੇ ਮਕਸਦ ਦੇ ਲਈ ਹੀ ਮੈਂ ਹੁਣ ਢੀਂਡਸਾ ਗਰੁੱਪ ਨਾਲ ਜੁੜਿਆ ਹੋਇਆ ਹਾਂ। ਉਹਨਾਂ ਨੇ ਕਿਹਾ ਕਿ ਬ੍ਰਹਮਪੁਰਾ ਸਾਹਿਬ ਨੂੰ ਅਸੀਂ ਇੱਕ ਵਾਰ ਮਿਲ ਕੇ ਫਿਰ ਬੇਨਤੀ ਕਰਾਂਗੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਜੋ ਕਿ ਨਵਾਂ ਸਿਰਜਿਆ ਗਿਆ ਇਹਦੇ ਵਿੱਚ ਸ਼ਾਮਲ ਹੋ ਜਾਣ।
ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਵੱਲੋਂ ਇਹ ਗੱਲ ਕਈ ਵਾਰ ਕਹਿ ਦਿੱਤੀ ਗਈ ਆ ਕਿ ਅਸੀਂ ਟਕਸਾਲੀ ਦਲ ਨੂੰ ਭੰਗ ਨਹੀਂ ਕਰਾਂਗੇ। ਉਹਨਾਂ ਦੇ ਵੱਲੋਂ ਕਈ ਗੱਲਾਂ ਹੋਰ ਵੀ ਕਹੀਆਂ ਗਈਆਂ ਜਿਹੜੀਆਂ ਕਿ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਸਾਂਝੀਆਂ ਕੀਤੀਆਂ। ਪਰ ਹੁਣ ਜਦੋਂ ਸੇਵਾ ਸਿੰਘ ਸੇਖਵਾਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਟਕਸਾਲੀ ਦਲ ਬਣਾਉਣ ਦੇ ਮੌਕੇ ਸਹੁੰ ਖਾਧੀ ਸੀ, ਮੈਂ ਉਸ ਸਹੁੰ ਦਾ ਅੱਜ ਵੀ ਸਤਿਕਾਰ ਕਰਦਾ, ਇਸੇ ਕਰਕੇ ਤਾਂ ਢੀਂਡਸਾ ਗਰੁੱਪ ਨਾਲ ਜੁੜਿਆ। ਮੈਨੂੰ ਇਸ ਗੱਲ ਦੇ ਉੱਤੇ ਬੇਹੱਦ ਹੈਰਾਨੀ ਹੁੰਦੀ ਆ, ਕੱਛਾਂ ਹੱਸਦੀਆਂ ਕਈ ਵਾਰ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਸੁਣ ਕੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਲਵੰਡੀ ਸਾਬੋ 'ਚ ਸਹੁੰ ਖਾਧੀ ਕਿ ਇੱਕ ਵਾਰ ਮੌਕਾ ਦਿਓ, 4 ਹਫ਼ਤੇ 'ਚ ਨਸ਼ਾ ਮੁਕਾ ਦਿਆਂਗੇ। ਸੇਵਾ ਸਿੰਘ ਸੇਖਵਾਂ ਹੋਰਾਂ ਨੇ ਸਹੁੰ ਖਾਧੀ ਕਿ ਟਕਸਾਲੀ ਦਲ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਅੱਗੇ ਲੈ ਕੇ ਜਾਵਾਂਗੇ। ਨਾ ਕੈਪਟਨ ਸਾਹਿਬ ਨੇ ਸਹੁੰ ਪੁਗਾਈ ਤੇ ਨਾ ਹੀ ਸਹੁੰ ਦੀ ਲਾਜ ਸੇਵਾ ਸਿੰਘ ਸੇਖਵਾਂ ਹੋਰਾਂ ਨੇ ਰੱਖੀ। ਤੇ ਹੁਣ ਉਹ ਇਹ ਗੱਲ ਕਹਿ ਰਹੇ ਆ ਕਿ ਸਹੁੰ ਦੇ ਉੱਤੇ ਅਸੀਂ ਉਵੇਂ ਹੀ ਖੜੇ ਆ, ਪਰ ਕਿਉਂਕਿ ਪੰਜਾਬ ਦਾ ਭਲਾ ਲੋਚਦੇ ਇਸ ਕਰਕੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਜੁੜ ਗਏ ਆ। ਮਤਲਬ ਇਹ ਆ ਕਿ ਸਹੁੰ ਤਾਂ ਇੱਕ ਖੇਡ ਬਣ ਗਈ ਆ। ਸਹੁੰ ਜਦੋਂ ਕੋਈ ਵੀ ਪਾਵੇ ਉਹਦੇ ਉੱਤੇ ਹੁਣ ਯਕੀਨ ਨਹੀਂ ਕਰਨਾ ਚਾਹੀਦਾ। ਰਾਜਨੀਤਿਕ ਲੋਕ ਤੁਹਾਡਾ ਸਾਡਾ ਭਰੋਸਾ ਜਿੱਤਣ ਦੇ ਲਈ, ਕਿਉਂਕਿ ਅਸੀਂ ਇਮੋਸ਼ਨਲ ਆ, ਅਸੀਂ ਧਾਰਮਿਕ ਮਰਿਆਦਾ ਦੇ ਵਿੱਚ ਯਕੀਨ ਰੱਖਣ ਵਾਲੇ ਲੋਕ ਆ। ਸਾਡੇ ਲਈ ਬਾਕੀ ਮਨੁੱਖਤਾ ਦੀਆਂ ਗੱਲਾਂ ਦੇ ਨਾਲੋਂ ਸਭ ਤੋਂ ਵੱਡਾ ਧਰਮ ਹੀ ਆ। ਤੇ ਧਰਮ ਦੀ ਖੇਡ ਖੇਡ ਕੇ, ਧਰਮ ਦਾ ਪੱਤਾ ਖੇਡ ਕੇ ਸਾਡੇ ਜਜ਼ਬਾਤ ਨੂੰ ਕੈਚ ਕਰਦੇ ਆ, ਸਾਡੇ ਜਜ਼ਬਾਤ ਦੇ ਉੱਤੇ ਕਬਜ਼ਾ ਕਰਦੇ ਆ। ਇਸ ਕਰਕੇ ਇਹਨਾਂ ਦੇ ਵੱਲੋਂ ਆਪਣੀਆਂ ਮਨਚਾਹੀਆਂ ਸਫਲਤਾਵਾਂ ਵੀ ਪਾਈਆਂ ਜਾਂਦੀਆਂ। ਪਰ ਸੇਵਾ ਸਿੰਘ ਸੇਖਵਾਂ ਹੋਰੀ ਹੁਣ ਜਿਹੜੇ ਗਰੁੱਪ ਦੇ ਵਿੱਚ ਗਏ ਆ, ਇੱਥੇ ਇਹਨਾਂ ਨੂੰ ਕਿਹੋ ਜਿਹੀ ਸਫਲਤਾ ਮਿਲੂਗੀ ਇਹ ਵਕਤ ਨੇ ਬਿਆਨ ਕਰਨਾ। ਲੋਕਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਕਿ ਢੀਂਡਸਾ ਸਾਹਿਬ ਨੇ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੀਆਂ ਅਹੁਦੇਦਾਰੀਆਂ ਖੱਟੀਆਂ, ਬਹੁਤ ਸਾਰੇ ਅਹੁਦੇ ਉਹਨਾਂ ਨੇ ਮਾਣੇ, ਪਰ ਇਸ ਵਕਤ ਉਹ ਅੱਡ ਹੋ ਗਏ ਆ। ਕਈ ਲੋਕਾਂ ਦਾ ਇਹ ਕਹਿਣਾ ਕਿ ਬਾਦਲ ਗਰੁੱਪ ਦਾ ਕੁਝ ਨਹੀਂ ਵਿਗਾੜ ਸਕਦੇ, ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਭਾਜਪਾ ਦੇ ਥਾਪੜੇ ਦੇ ਕਰਕੇ ਢੀਂਡਸਾ ਗਰੁੱਪ ਨੇ ਬਾਦਲ ਗਰੁੱਪ ਦਾ ਬਹੁਤ ਵੱਡਾ ਨੁਕਸਾਨ ਕਰਨਾ। ਕਿਹਨੇ ਕਿਹਦਾ ਨੁਕਸਾਨ ਕਰਨਾ ਇਹ ਤਾਂ ਵਕਤ ਨੇ ਬਿਆਨ ਕਰਨਾ, ਪਰ ਪੰਜਾਬ ਦਾ ਭਲਾ ਮਾੜਾ ਮੋਟਾ ਹੋ ਜੇ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਆ। ਦਲ ਬਹੁਤ ਬਣੀ ਜਾਂਦੇ ਆ, ਦਲ 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 ਚਾਰੇ ਪਾਸੇ ਇਹੀ ਚੱਲ ਰਿਹਾ, ਪਰ ਸੱਚੀ ਮੁੱਚੀ ਪੰਜਾਬ ਦਲ ਦਲ ਦੇ ਵਿੱਚ ਵੀ ਜਾ ਰਿਹਾ। ਇਹਨੂੰ ਬਾਹਰ ਕੱਢਣ ਦੀ ਵੀ ਜ਼ਰੂਰਤ ਹੈ। ਖਬਰਾਂ ਦੋਸਤੋ ਕਈ ਹੋਰ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।